My dear students and my dear friends, welcome to my channel. Today our topic is poem The Little Black Boy, written by William Blake. We will read the poem first, then I will explain line to line. Here is the poem. My mother bore me in the southern wilds, and I am black, but oh, my soul is white. White as an angel is the English child, and I am black as if bereft of light. Here are the four first lines of the poem. I here is a black boy, and he is telling us that his mother gave birth to him in the forest of southern area. Southern areas में उसकी माँ ने उसे जन्म दिया. ठीक है. My mother bore me in the southern wild, and I am black, but oh, my soul is white. ਮੇਰੀ ਮਾਂ ਨੇ ਮੈਨੂੰ ਦੱਖਣੀ ਜੰਗਲਾਂ ਦੇ ਵਿੱਚ ਜਨਮ ਦਿੱਤਾ, ਅਫਰੀਕਾ ਦੇ ਵਿੱਚ ਜਨਮ ਦਿੱਤਾ, ਅਤੇ ਮੈਂ ਕਾਲਾ ਹਾਂ, ਮੈਂ ਨੀਗਰੋ ਹਾਂ, ਪਰ ਮੇਰੀ ਆਤਮਾ ਸਫੇਦ ਹੈ, ਚਿੱਟੀ ਹੈ, ਪਵਿੱਤਰ ਹੈ, ਜਿਵੇਂ ਕਿ ਇੱਕ ਅੰਗਰੇਜ਼ ਬੱਚੇ ਦੀ ਹੁੰਦੀ ਹੈ. ਵਾਈਟ ਐਜ਼ ਐਨ ਐਂਜਲ, ਐਂਜਲ ਕਰਨੇ ਦੇਵਤਾ ਨੂੰ. ਇਜ਼ ਦਾ ਇੰਗਲਿਸ਼ ਚਾਈਲਡ, ਜਿਸ ਤਰ੍ਹਾਂ ਕਿ ਇੱਕ ਅੰਗਰੇਜ਼ ਬੱਚਾ, ਇੱਕ ਗੋਰਾ ਬੱਚਾ ਦੇਵਤਾ ਹੁੰਦਾ ਹੈ ਅਤੇ ਚਿੱਟੇ ਰੰਗ ਦਾ ਹੁੰਦਾ ਹੈ, ਮੇਰੀ ਆਤਮਾ ਵੀ ਉਸੇ ਤਰੀਕੇ ਨਾਲ ਦੇਵੀ ਸ਼ਕਤੀ ਲਈ ਹੋਈ ਹੈ, ਦੇਵੀ ਦਿੱਖ ਲਈ ਹੋਈ ਹੈ ਅਤੇ ਚਿੱਟੇ ਰੰਗ ਦੀ ਹੈ. ਬਟ ਆਈ ਐਮ ਬਲੈਕ ਐਜ ਇਫ ਬਰੀਵਡ ਆਫ ਲਾਈਟ. ਮੇਰਾ ਰੰਗ ਜਿਹੜਾ ਹੈ ਉਹ ਕਾਲੇ ਰੰਗ ਦਾ ਹੈ, ਜਿਵੇਂ ਕਿ ਮੇਰੇ ਵਿੱਚ ਕੋਈ ਰੋਸ਼ਨੀ ਨਾ ਹੋਵੇ. ਠੀਕ ਹੈ ਬੱਚਿਓ, ਤੁਹਾਨੂੰ ਪਤਾ ਹੋਏਗਾ ਕਿ ਸਾਡੇ ਸਮਾਜ ਦੇ ਵਿੱਚ, ਇਸ ਦੁਨੀਆ ਦੇ ਵਿੱਚ ਰੰਗ ਭੇਦ ਦੀ ਸਮੱਸਿਆ ਹੈ. ਜਿਹੜੇ ਗੋਰੇ ਨੇ ਉਹ ਕਾਲਿਆਂ ਤੋਂ ਨਫ਼ਰਤ ਕਰਦੇ ਨੇ, ਅਤੇ ਕਾਲੇ ਲੋਕ ਜਿਹੜੇ ਨੇ ਉਹ ਗੋਰਿਆਂ ਤੋਂ ਨਫ਼ਰਤ ਕਰਦੇ ਨੇ. ਦੇਅਰ ਆਰ ਸੋ ਮੈਨੀ ਟਾਈਪ ਆਫ discrimination on color, discrimination on the basis of caste, creed, religion, and reasons also. My mother taught me underneath a tree. Here is the second stanza, lines number 5 to 8. My mother taught me underneath a tree, and sitting down before the heat of day, she took me on her lap and kissed me, and pointing to the east began to say. ਬੱਚਾ ਕਹਿ ਰਿਹਾ ਹੈ ਕਿ ਮੇਰੀ ਮਾਂ ਨੇ ਮੈਨੂੰ ਇੱਕ ਦਰਖਤ ਦੇ ਥੱਲੇ ਬਿਠਾ ਕੇ, ਜਦੋਂ ਕਿ ਬਹੁਤ ਗਰਮੀ ਸੀ, ਮੈਨੂੰ ਇਹ ਪਾਠ ਪੜ੍ਹਾਇਆ, ਇਹ ਸਿਖਾਇਆ. ਕੀ ਸਿਖਾਇਆ? ਕਿ ਉਸਨੇ ਪੂਰਬ ਵੱਲ ਇਸ਼ਾਰਾ ਕੀਤਾ, ਆਪਣੇ ਬੱਚੇ ਨੂੰ ਆਪਣੀ ਗੋਦ ਵਿੱਚ ਲਿਆ ਅਤੇ ਕਹਿੰਦਾ ਹੈ ਮੇਰਾ ਮੂੰਹ ਚੁੰਮਿਆ. ਸ਼ੀ ਕਿਸਡ ਮੀ. ਠੀਕ ਹੈ. ਅਤੇ ਕੀ ਕਿਹਾ ਮਾਂ ਨੇ? ਹੇਅਰ ਇਜ਼ the third stanza, look on the rising sun, there God does live. ਉਸ ਚੜ੍ਹਦੇ ਹੋਏ ਸੂਰਜ ਵੱਲ ਦੇਖੋ, ਰੱਬ ਉੱਥੇ ਨਿਵਾਸ ਕਰਦਾ ਹੈ. ਰੱਬ ਦਾ ਮਤਲਬ ਜਿਹੜਾ ਹੈ ਸੂਰਜ. there God does live and gives the light and gives his heat away. ਉਹ ਸਾਨੂੰ ਰੌਸ਼ਨੀ ਬਖਸ਼ਦਾ ਹੈ ਅਤੇ ਗਰਮੀ ਦਿੰਦਾ ਹੈ. ਪਿਆਰੇ ਬੱਚਿਓ, ਸੂਰਜ ਨੂੰ ਦੇਵਤਾ ਸੀ ਇਸ ਲਈ ਕਹਿੰਦੇ ਆ ਕਿ ਸਾਰੇ ਦੇ ਸਾਰੀ ਜਿਹੜੀਆਂ ਨਿਯਮਤਾਂ ਨੇ ਉਹ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਸੂਰਜ ਤੋਂ ਹੀ ਪ੍ਰਾਪਤ ਹੋਈਆਂ ਨੇ. ਐਂਡ ਫਲਾਵਰਸ ਐਂਡ ਟਰੀਜ਼ ਐਂਡ ਬੀਸਟਸ ਐਂਡ ਮੈਨ ਰਿਸੀਵ ਕੰਫਰਟ ਇਨ ਦਾ ਮਾਰਨਿੰਗ, ਜੋਏ ਇਨ ਦਾ ਨੂਨ ਡੇ. ਸਾਰੇ ਦੇ ਸਾਰੇ ਪਸ਼ੂ ਪੰਛੀ ਜਾਨਵਰ ਉਸ ਤੋਂ ਜਿਹੜੇ ਨੇ ਸਵੇਰ ਦੇ ਵੇਲੇ ਆਰਾਮ ਪ੍ਰਾਪਤ ਕਰਦੇ ਨੇ, ਔਰ ਦੁਪਹਿਰ ਨੂੰ ਜਿਹੜਾ ਹੈ ਖੁਸ਼ੀਆਂ ਮਹਿਸੂਸ ਕਰਦੇ ਨੇ.
ਦਰਖਤ ਜਿਹੜੇ ਨੇ ਸੂਰਜ ਦੀ ਰੋਸ਼ਨੀ ਨਾਲ ਹੀ ਆਪਣਾ ਭੋਜਨ ਬਣਾਉਂਦੇ ਨੇ, ਫਲ ਫੁੱਲ ਲੱਗਦੇ ਨੇ ਦਰਖਤਾਂ 'ਤੇ। ਆਦਮੀ ਜਿਹੜਾ ਹੈ ਉਹਨਾਂ ਨਿਯਮਤਾਂ ਨੂੰ ਜਿਹੜਾ ਹੈ ਪ੍ਰਾਪਤ ਕਰਦਾ ਹੈ। ਤੁਹਾਨੂੰ ਸਭ ਕੁਝ ਇਸ ਦੇ ਬਾਰੇ 'ਚ ਬੱਚਿਓ ਪਤਾ ਹੀ ਹੈ, ਠੀਕ ਹੈ। ਐਂਡ ਵੀ ਆਰ ਪੁੱਟ ਔਨ ਦਿਸ ਅਰਥ a little space that we may learn to bear the beams of love. And these black bodies and this sunburnt face is but a cloud and like a shady grove. Here he explains the philosophy of life. The child is explaining the philosophy of life, and this philosophy of life, this deep thinking of life, he has driven from his mother. We are put on earth a little space. ਕੀ ਕਹਿੰਦਾ ਨੰਨਾ ਬੱਚਾ, ਕੀ ਕਹਿੰਦਾ ਸਾਨੂੰ ਇਸ ਧਰਤੀ 'ਤੇ ਬਹੁਤ ਥੋੜ੍ਹੇ ਸਮੇਂ ਲਈ ਭੇਜਿਆ ਗਿਆ ਹੈ। that we may learn to bear the beams of love. ਕਿਉਂਕਿ ਅਸੀਂ ਬਹੁਤ ਥੋੜ੍ਹੇ ਸਮੇਂ ਲਈ ਇਸ ਧਰਤੀ 'ਤੇ ਆਏ ਹਾਂ। ਸਾਡੀ ਜ਼ਿੰਦਗੀ ਕੋਈ ਬਹੁਤ ਲੰਬੀ ਨਹੀਂ ਹੈ, ਇਸ ਲਈ ਸਾਨੂੰ ਇੱਕ ਦੂਜੇ ਦੇ ਨਾਲ ਪਿਆਰ ਕਰਨਾ ਸਿੱਖਣਾ ਚਾਹੀਦਾ ਹੈ। We may learn to bear the beams of love. ਬੀਮ ਬੱਚਿਓ ਰੌਸ਼ਨੀ ਦੀਆਂ ਕਿਰਨਾਂ ਨੂੰ ਅਸੀਂ ਕਹਿੰਦੇ ਹਾਂ, ਔਰ ਉਹਨਾਂ ਨੂੰ ਸਾਨੂੰ ਜਿਹੜਾ ਹੈ ਸਿੱਖਣਾ ਚਾਹੀਦਾ ਹੈ। ਉਹਨਾਂ ਨੂੰ ਸਾਨੂੰ ਜਿਹੜਾ ਹੈ ਪਿਆਰ ਕਰਨਾ ਸਿੱਖਣਾ ਚਾਹੀਦਾ, ਇਸ ਦਾ ਇਹ ਮਤਲਬ ਹੈ, ਠੀਕ ਹੈ। ਈਸ਼ਵਰ ਨੇ ਸਾਨੂੰ ਬਹੁਤ ਘੱਟ ਸਮੇਂ ਲਈ ਇੱਥੇ ਭੇਜਿਆ ਹੈ ਤਾਂ ਕਿ ਅਸੀਂ ਆਪਣੀ ਆਤਮਾਵਾਂ ਵਿੱਚ ਪਿਆਰ ਦੀਆਂ ਕਿਰਨਾਂ ਧਾਰਨ ਕਰ ਸਕੀਏ, ਠੀਕ ਹੈ। ਸਾਡੇ ਇਹਨਾਂ ਸਾਰੇ ਕਾਲੇ ਸਰੀਰਾਂ ਅਤੇ ਸੂਰਜ ਦੀ ਗਰਮੀ ਨਾਲ ਝੁਲਸੇ ਚਿਹਰਿਆਂ ਦਾ ਕੋਈ ਮਹੱਤਵ ਨਹੀਂ ਹੈ, ਠੀਕ ਹੈ। ਐਂਡ ਦੀਜ਼ ਬਲੈਕ ਬੋਡੀਜ਼ ਐਂਡ ਦ ਸਨਬਰਨਡ ਫੇਸ, ਅਸੀਂ ਕਾਲੇ ਕਿਉਂ ਹੋ ਜਾਂਦੇ ਹਾਂ? ਜਿੱਥੇ ਜ਼ਿਆਦਾ ਗਰਮੀ ਪੈਂਦੀ ਹੈ, ਜ਼ਿਆਦਾ ਸੂਰਜ ਦੀ ਤਪਸ਼ ਹੈ, ਉੱਥੇ ਦੇ ਲੋਕ ਗਰਮ ਹੋ ਜਾਂਦੇ ਨੇ। ਅਤੇ ਉਸਨੇ ਇਸ ਨੂੰ ਕਿਹਾ ਸਨਬਰਨਡ ਫੇਸ। ਸਨਬਰਨਡ ਫੇਸ ਦਾ ਕੀ ਮਤਲਬ ਹੈ ਕਿ ਝੁਲਸੇ ਹੋਏ ਚਿਹਰੇ ਗਰਮੀ ਦੇ ਨਾਲ ਇਜ਼ ਬਟ ਕਲਾਊਡ ਐਂਡ ਲਾਈਕ ਏ ਸ਼ੇਡੀ ਗਰੋਵ। ਇਹ ਕੁਛ ਵੀ ਨਹੀਂ ਨੇ, ਇਹ ਕੋਈ ਬਹੁਤ ਇੰਪੋਰਟੈਂਟ ਚੀਜ਼ ਨਹੀਂ ਨੇ। ਇਹ ਇੱਕ ਬੱਦਲ ਦੀ ਤਰ੍ਹਾਂ ਨੇ ਜਾਂ ਛਾਏਦਾਰ ਇੱਕ ਝੁੰਡ ਦੇ ਸਮਾਨ ਹਨ ਜੋ ਸਾਡੇ ਤੋਂ ਸੂਰਜ ਦੇ ਪ੍ਰਕਾਸ਼ ਨੂੰ ਲੁਕੋ ਲੈਂਦੇ ਹਨ। ਸੋ ਬੱਚਿਓ, ਇੱਥੋਂ ਤੱਕ ਅਸੀਂ ਜਿਹੜੀ ਪੋਇਮ ਇਹ ਪੜ੍ਹੀ ਹੈ, ਇਹ ਪੋਇਮ ਸਾਨੂੰ ਇਹ ਦੱਸਦੀ ਹੈ ਕਿ ਇਹ ਬੱਚਾ ਜਿਹੜਾ ਹੈ ਉਹ ਇਹ ਕਰ ਰਿਹਾ ਹੈ, ਕੋਸ਼ਿਸ਼ ਇਹ ਦੱਸਣ ਦੀ ਕਰ ਰਿਹਾ ਸਾਨੂੰ ਕਿ ਅਸੀਂ ਇਸ ਦੁਨੀਆ 'ਤੇ ਜਿਹੜਾ ਹੈ ਕੁਛ ਨਹੀਂ, ਇਹ ਰੰਗ ਜਿਹੜਾ ਹੈ ਉਸ ਦਾ ਕੋਈ ਮਹੱਤਵ ਨਹੀਂ ਹੈ। ਇਹ ਤਾਂ ਸੂਰਜ ਦੀ ਬਦੌਲਤ, ਇਹ ਤਾਂ ਗਰਮੀ ਦੀ ਬਦੌਲਤ ਸਾਡੇ ਵਿੱਚ ਜਿਹੜਾ ਹੈ ਰੰਗ ਦੀ ਤਬਦੀਲੀ ਆ ਜਾਂਦੀ ਹੈ, ਠੀਕ ਹੈ। ਜਿੱਥੇ ਸੂਰਜ ਘੱਟ ਚਮਕਦਾ ਹੈ, ਜਿੱਥੇ ਸੂਰਜ ਦੀ ਨਿਯਮਤ ਘੱਟ ਹੁੰਦੀ ਹੈ, ਉੱਥੇ ਜਿਹੜਾ ਹੈ ਲੋਕ ਉਹ ਹੋ ਜਾਂਦੇ ਨੇ ਕਿ ਸਫੇਦ ਰੰਗ ਦੇ ਹੋ ਜਾਂਦੇ ਨੇ। ਜਿੱਥੇ ਗਰਮੀ ਜ਼ਿਆਦਾ ਹੈ ਉੱਥੇ ਦੇ ਲੋਕਾਂ ਦਾ ਰੰਗ ਕਾਲਾ ਹੋ ਜਾਂਦਾ ਹੈ, ਠੀਕ ਹੈ। ਅਤੇ ਆਦਮੀ ਦੀ ਬਿਊਟੀ ਕਿਸ 'ਚ ਹੁੰਦੀ ਹੈ? ਇੱਕ ਇਨਸਾਨ ਦੀ ਬਿਊਟੀ ਜਿਹੜੀ ਹੈ, ਇਟ ਇਜ਼ ਨਾਟ ਇਨ ਦ ਸਕਿਨ, ਇਟ ਇਜ਼ ਸਮਥਿੰਗ ਡੀਪ ਇਨ ਸਕਿਨ, ਠੀਕ ਹੈ। ਅਸੀਂ ਪੰਜਾਬੀ ਹਿੰਦੀ ਦੇ ਵਿੱਚ ਵੀ ਕਹਿੰਦੇ ਹਾਂ ਚੰਮ 'ਤੇ ਨਾ ਜਾਓ, ਕੰਮ 'ਤੇ ਜਾਓ, ਠੀਕ ਹੈ। ਨੈਕਸਟ ਹੈ ਦਸ ਡਿਡ ਮਾਈ ਮਦਰ ਸੇ ਐਂਡ ਕਿਸਡ ਮੀ। ਇਹ ਗੱਲਾਂ ਮੇਰੀ ਮਾਂ ਨੇ ਮੈਨੂੰ ਕਿਹਾ, ਕਹੀਆਂ, ਸਮਝਾਈਆਂ ਅਤੇ ਮੈਨੂੰ ਪਿਆਰ ਕੀਤਾ। ਐਂਡ ਦਸ ਆਈ ਸੇ ਟੂ ਲਿਟਲ ਇੰਗਲਿਸ਼ ਬॉय। ਔਰ ਇਹੀ ਗੱਲਾਂ ਮੈਂ ਜਿਹੜੀਆਂ ਨੇ ਆਪਣੇ ਅੰਗਰੇਜ਼ ਦੋਸਤ ਨੂੰ ਸਮਝਾ ਰਿਹਾ, ਲੜਕੇ ਨੂੰ ਸਮਝਾ ਰਿਹਾ, ਛੋਟੇ ਅੰਗਰੇਜ਼ ਬੱਚੇ ਨੂੰ ਸਮਝਾ ਰਿਹਾ। ਵੈਨ ਆਈ ਫਰੋਮ ਬਲੈਕ ਐਂਡ ਹੀ ਫਰੋਮ ਵਾਈਟ ਕਲਾਊਡ ਫਰੀ। ਉਹ ਜਦੋਂ ਚਿੱਟੇ ਜਿਹੜਾ ਹੈ ਬੱਦਲਾਂ ਤੋਂ ਅਤੇ ਮੈਂ ਜਦੋਂ ਕਾਲੇ ਬੱਦਲਾਂ ਤੋਂ ਆਜ਼ਾਦ ਹੋ ਜਾਵਾਂਗੇ, ਇਸ ਕੰਸੈਪਟ ਤੋਂ, ਇਸ ਗਹਿਨ ਚਿੰਤਨ ਤੋਂ, ਇਸ ਗਹਿਨ ਧਾਰਨਾ ਤੋਂ ਅਸੀਂ ਆਜ਼ਾਦ ਹੋ ਜਾਵਾਂਗੇ ਕਿ ਉਹ ਚਿੱਟਾ ਹੈ, ਮੈਂ ਕਾਲਾ ਹਾਂ, ਉਹ ਗੋਰਾ ਹੈ,
ਮੈਂ ਕਾਲਾ ਹਾਂ। ਤੇ ਫਿਰ ਕੀ ਹੋਊਗਾ? ਜਦੋਂ ਸਾਡੇ 'ਚ ਵਿਤਕਰੇ ਨਹੀਂ ਰਹਿਣਗੇ ਤੇ ਰੱਬ ਸਾਨੂੰ ਪਹਿਚਾਨੇਗਾ। ਐਂਡ ਰਾਊਂਡ ਦਾ ਟੈਂਟ ਆਫ ਗੋਡ ਲਾਈਕ ਲੈਮਸ ਵਿਦ ਜੋਏ, ਤਦ ਹੀ ਅਸੀਂ ਰੱਬ ਦੀ ਸ਼ਰਨ ਦੇ ਵਿੱਚ, ਉਸ ਦੇ ਆਸ਼ਿਆਨੇ ਦੇ ਵਿੱਚ ਜਾਵਾਂਗੇ। ਤੇ ਜਿਸ ਤਰੀਕੇ ਦੇ ਨਾਲ ਉਸ ਦਾ ਮੇਮਨਾ ਜਿਹੜਾ ਹੈ, ਜਿਹਨੂੰ ਬੱਕਰੀ ਦਾ ਬੱਚਾ ਕਹਿੰਦੇ ਆ, ਉਸ ਦੇ ਵਾਂਗ ਅਸੀਂ ਉਸ ਦੇ ਸਾਥ ਨੂੰ ਇੰਜੋਏ ਕਰ ਸਕਾਂਗੇ, ਰੱਬ ਦੇ ਸਾਥ। ਪਿਆਰੇ ਬੱਚਿਓ, ਤੁਹਾਨੂੰ ਪਤਾ ਹੋਏਗਾ ਕਿ ਲਾਰਡ ਕ੍ਰਾਈਸਟ ਜਿਹੜਾ ਹੈ ਉਹ ਹਮੇਸ਼ਾ ਆਪਣੇ ਨਾਲ ਬੱਕਰੀ ਦਾ ਬੱਚਾ ਲੈਮ ਨਾਲ ਰੱਖਦੇ ਸੀ। ਉਸ ਦੇ ਨਾਲ ਬਹੁਤ ਪਿਆਰ ਸੀ ਉਹਨਾਂ ਨੂੰ। ਔਰ ਉਹ ਇਨੋਸੈਂਸ, ਹੀ ਇਜ਼ ਅ ਸਿੰਬਲ ਆਫ ਇਨੋਸੈਂਸ। ਠੀਕ ਹੈ। I shall shade him from the heat till he can bear to learn and joy upon our Father's knee. And then I shall stand and stroke his silver hair and be like him, and he will then love me. ਜਦੋਂ ਤੱਕ ਕਿ ਉਹ ਸੂਰਜ ਦੀਆਂ ਕਿਰਨਾਂ ਅਤੇ ਗਰਮੀ ਦੀ ਤਪਸ਼ ਨੂੰ ਬਰਦਾਸ਼ਤ ਕਰਨ ਦੇ ਕਾਬਲ ਨਹੀਂ ਹੋਏਗਾ। ਕੌਣ? ਇੰਗਲਿਸ਼ ਬॉय, ਕਿਉਂਕਿ ਉਸਨੇ ਗਰਮੀ ਕਦੇ ਸਹਿਣ ਹੀ ਨਹੀਂ ਕੀਤੀ। ਤੇ ਮੈਂ ਆਪਣੇ ਟੂ ਲੀਨ ਇਨ ਜੋਏ ਅਪੋਨ ਆਵਰ ਫਾਦਰਸ ਨੀ, ਮੈਂ ਉਸ ਦੇ ਅੱਗੇ ਛਾਂ ਕਰਾਂਗਾ। ਠੀਕ ਹੈ। ਔਰ ਆਪਣੇ ਪਿਤਾ ਦੇ ਚਰਨਾਂ ਦੇ ਵਿੱਚ ਅਸੀਂ ਖੁਸ਼ੀ ਦੇ ਨਾਲ ਝੁਕ ਜਾਵਾਂਗੇ। ਲੀਨ ਮੈਨੇ ਦੇ ਝੁਕਣਾ, ਜੋਏ ਮੈਨੇ ਖੁਸ਼ੀ, ਅਪੋਨ ਆਵਰ ਫਾਦਰਸ ਨੀ, ਤੇ ਆਪਣੇ ਪਿਤਾ ਦੇ ਚਰਨਾਂ ਦੇ ਵਿੱਚ ਅਸੀਂ ਝੁਕ ਜਾਵਾਂਗੇ, ਇਬਾਦਤ ਕਰਾਂਗੇ, ਪ੍ਰਾਰਥਨਾ ਕਰਾਂਗੇ। ਐਂਡ ਦੈਨ ਆਈ ਸ਼ੈਲ ਸਟੈਂਡ ਐਂਡ ਸਟੋਕ ਹਿਸ ਹੇਅਰ, ਸਿਲਵਰ ਹੇਅਰ, ਮੈਂ ਖੜਾ ਹੋ ਕੇ ਉਸਦੇ ਜਿਹੜੇ ਵਾਲਾਂ ਨੂੰ, ਸਿਲਵਰ ਹੇਅਰ ਨੂੰ ਪਿਆਰ ਦੇ ਨਾਲ ਸਹਿਲਾਵਾਂਗਾ। ਐਂਡ ਬੀ ਲਾਈਕ ਹਿਮ, ਔਰ ਉਸ ਦੀ ਤਰ੍ਹਾਂ ਹੋ ਜਾਵਾਂਗਾ। ਐਂਡ ਹੀ ਵਿਲ ਦੈਨ ਲਵ ਮੀ, ਔਰ ਉਹ ਮੈਨੂੰ ਪਿਆਰ ਕਰੇਗਾ। ਸੋ ਬੱਚਿਓ, ਸਾਡੀਆਂ ਧਾਰਨਾਵਾਂ ਕੁਛ ਵੀ ਹੋਣ, ਸਾਡੇ ਆਉਣ ਵਾਲੀ ਪੀੜ੍ਹੀ, ਸਾਡੇ ਆਉਣ ਵਾਲੇ ਬੱਚੇ ਜਿਹੜੇ ਨੇ, ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਵਿਤਕਰੇ ਨਹੀਂ ਹੋਣੇ ਚਾਹੀਦੇ। ਦੇਅਰ ਸ਼ੁੱਡ ਨਾਟ ਬੀ discrimination like this. We must break down such walls of differences, such walls of discriminations. Discrimination is a curse, my dear students. Thank you very much. So nice of you.